ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ। ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਵੱਲੋਂ ਸਕੂਲ ਫੀਸਾਂ ਬਾਰੇ ਬਹੁਤ ਵੱਡਾ ਫੈਸਲਾ ਅੱਜ ਸੁਣਾਇਆ ਗਿਆ, ਜਿਹੜਾ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਦੱਸਿਆ ਜਾ ਰਿਹਾ ਹੈ। ਤੇ ਕੀ ਫੈਸਲਾ ਆਇਆ, ਕੀ ਕੁਝ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਆਇਆ, ਕੀ ਕੁਝ ਉਹਨਾਂ ਦੇ ਮਾਪਿਆਂ ਦੇ ਹੱਕ ਦੇ ਵਿੱਚ ਆਇਆ, ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਉੱਘੇ ਵਕੀਲ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਮੌਜੂਦ ਨੇ, ਜਿਹੜੇ ਇਹ ਕੇਸ ਨੂੰ ਲੜ ਰਹੇ ਨੇ। ਵਕੀਲ ਸਾਹਿਬ, ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਧੰਨਵਾਦ। ਬਹੁਤ ਦੇਰ ਤੋਂ ਇੰਤਜ਼ਾਰ ਸੀਗਾ, ਪੈਂਡਿੰਗ ਸੀਗੇ ਕੇਸ ਤੇ ਹੀਅਰਿੰਗ ਵੀ ਹੋ ਰਹੀ ਸੀਗੀ, ਤੇ ਮਾਪੇ ਤੇ ਜਿਹੜੇ ਵਿਦਿਆਰਥੀ ਨੇ ਉਹ ਸੁਣਨਾ ਚਾਹੁੰਦੇ ਨੇ ਕਿ ਅੱਜ ਦਾ ਫੈਸਲਾ ਕੀ ਆਇਆ। ਦੇਖੋ, ਇਹ ਰਾਹਤ ਹੈ ਬੱਚਿਆਂ ਦੇ ਮਾਪਿਆਂ ਨੂੰ ਤੇ ਬੱਚਿਆਂ ਲਈ, ਜੀ। ਕਿਉਂਕਿ ਇਹ ਲੜਾਈ ਜਿਹੜੀ ਆ ਸਿੰਗਲ ਬੈਂਚ ਨੇ ਟੋਟਲੀ ਇੱਕ ਤਰਫਾ ਕਰਤੀ ਸੀ। ਟੋਟਲ ਜਿਹੜਾ ਆਰਡਰ ਆ ਗਿਆ ਸੀ, ਇੱਥੋਂ ਤੱਕ ਆ ਗਿਆ ਸੀ ਕਿ ਜਿਹੜੇ ਸਕੂਲ ਆਨਲਾਈਨ ਐਜੂਕੇਸ਼ਨ ਨਹੀਂ ਵੀ ਦਿੰਦੇ, ਉਹ ਵੀ ਪੇਰੈਂਟਸ ਤੋਂ ਜਿਹੜੀ ਹੈ ਟਿਊਸ਼ਨ ਫੀ, ਐਨੂਅਲ ਚਾਰਜਸ, ਟਰਾਂਸਪੋਰਟੇਸ਼ਨ ਚਾਰਜਸ ਆਪਣੇ ਮੁਤਾਬਕ ਜਿੰਨੇ ਹੋਰ ਖਰਚੇ ਹੁੰਦੇ ਨੇ ਉਹ ਲੈ ਸਕਦੇ ਨੇ। ਇਸੇ ਕਰਕੇ ਅਪੀਲ ਦਾਇਰ ਕੀਤੀ ਗਈ ਸੀ। ਅੱਜ ਜੋ ਫੈਸਲਾ, ਮੈਂ ਉੱਥੋਂ ਸਟਾਰਟ ਕਰਦਾ। ਕੋਰਟ ਨੇ ਇਹ ਗੱਲ ਕਲੀਅਰ ਕਰਤੀ ਹੈ ਕਿ ਜਿਹੜੇ ਸਕੂਲ ਆਨਲਾਈਨ ਐਜੂਕੇਸ਼ਨ ਰੈਗੂਲਰ ਨਹੀਂ ਦੇ ਰਹੇ, ਹਰ ਰੋਜ਼ ਨਹੀਂ ਕਲਾਸਿਸ ਲਗਾ ਰਹੇ, ਉਹ ਕੋਈ ਫੀਸ ਨਹੀਂ ਲੈ ਸਕਦੇ। ਜਿਹੜੇ ਆਨਲਾਈਨ ਐਜੂਕੇਸ਼ਨ ਦੇ ਰਹੇ ਨੇ, ਉਹ ਸੈਕੰਡ ਜਿਹੜਾ ਕਲੌਜ਼ ਹੈ ਜਜਮੈਂਟ ਦਾ, ਪਹਿਲੀ ਵਾਲੀ ਦਾ ਸੈਕੰਡ ਪਾਰਟ ਹੈ, ਉਹਦੇ ਅਕੋਰਡਿੰਗਲੀ ਟਿਊਸ਼ਨ ਫੀ ਚਾਰਜ ਕਰ ਸਕਦੇ ਨੇ। ਔਰ ਟਰਾਂਸਪੋਰਟੇਸ਼ਨ ਫੀ, ਕਿਉਂਕਿ ਕੋਈ ਬੱਸ ਚੱਲੀ ਨਹੀਂ, ਕੋਈ ਕਿਸੇ ਕਿਸਮ ਦੀ ਟਰਾਂਸਪੋਰਟੇਸ਼ਨ ਫੀਸ ਹੈ ਜਿਹੜੀ ਉਹ ਚਾਰਜ ਨਹੀਂ ਕੀਤੀ ਜਾ ਸਕਦੀ। ਬਹੁਤ ਵੱਡੀ ਗੱਲ ਹੈ ਕਿ ਬਹੁਤ ਸਾਰੇ ਸਕੂਲਾਂ ਨੇ ਐਡਵੋਕੇਟ ਸਾਹਿਬ ਟਰਾਂਸਪੋਰਟੇਸ਼ਨ ਫੀਸ ਵੀ ਲੈ ਲਈ, ਪਰ ਹੁਣ ਇਸ ਫੈਸਲੇ 'ਚ ਆਇਆ ਕਿ ਟਰਾਂਸਪੋਰਟੇਸ਼ਨ ਫੀਸ ਨਹੀਂ ਲਈ ਜਾਊਗੀ, ਬਿਲਕੁਲ ਨਹੀਂ ਲਈ ਜਾਊਗੀ। ਬਿਲਕੁਲ ਕਲੀਅਰ ਆਰਡਰ ਕਰਤਾ ਜੱਜ ਸਾਹਿਬ ਨੇ। ਇੱਥੋਂ ਤੱਕ ਕਹਿਤਾ, ਕਿਉਂਕਿ ਮੈਂ ਸਿੰਗਲ ਬੈਂਚ ਤੋਂ ਮੰਗਿਆ ਸੀ ਕਿ ਵੀ ਇਹਨਾਂ ਤੋਂ ਪੁੱਛੋ, ਕਿਉਂਕਿ ਇਹ ਕਹਿੰਦੇ ਨੇ ਸਾਡਾ ਖਰਚਾ ਜ਼ਿਆਦਾ ਹੈ, ਇਨਕਮ ਘੱਟ ਹੈ। ਉਹ ਦਿਖਾਉਣ ਵਾਸਤੇ ਕੋਈ ਐਵੀਡੈਂਸ ਵੀ ਤਾਂ ਚਾਹੀਦਾ ਸੀ। ਔਰ ਇਹ ਐਕਟ ਦੇ ਮੁਤਾਬਕ ਤੇ 2013 ਵਾਲੀ ਜਜਮੈਂਟ ਦੇ ਅਕੋਰਡਿੰਗਲੀ ਹਰ ਸਾਲ ਇਹਨਾਂ ਨੇ ਬੈਲੈਂਸ ਸ਼ੀਟ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ, ਮਤਲਬ ਰੈਗੂਲੇਟਰੀ ਬੋਡੀ ਕੋਲ, ਡੀਸੀ ਆਫਿਸ ਕੋਲ, ਡੀਈਓ ਆਫਿਸ ਕੋਲ ਸਬਮਿਟ ਕਰਾਉਣਾ ਹੁੰਦਾ। ਇਹ ਕੋਰਟ 'ਚ ਕਿਉਂ ਨਹੀਂ ਲੈ ਕੇ ਆਏ? ਠੀਕ ਹੈ। ਕੋਰਟ ਨੇ ਉਹ ਵੀ ਕਹਿਤਾ, ਅੱਜ ਤੋਂ 7 ਮਹੀਨੇ ਪਹਿਲਾਂ ਦਾ ਚਾਰਟਰਡ ਅਕਾਊਂਟੈਂਟ ਤੋਂ ਅਟੈਸਟਡ ਹੋਇਆ ਤੁਸੀਂ ਪਲੇਸ ਔਨ ਰਿਕਾਰਡ ਕਰੋ, ਬੈਲੈਂਸ ਸ਼ੀਟ ਦਿਓ, ਬੈਲੈਂਸ ਸ਼ੀਟ ਤੁਸੀਂ ਪ੍ਰੋਵਾਈਡ ਕਰੋ। ਕੀ ਖਰਚੇ ਸੀਗੇ, ਕੀ ਸੀਗਾ। ਯੈਸ, ਐਂਡ ਇਹ ਵੀ ਕਿਹਾ ਉਹਨਾਂ ਦੀ ਕੰਟੈਂਸ਼ਨ ਨੋਟ ਕਰਕੇ ਵੀ ਤੁਸੀਂ ਇਸ ਕਰਕੇ, ਕਿਉਂਕਿ ਮੈਂ ਇਹ ਪੁਆਇੰਟ ਰੱਖਿਆ ਸੀ ਕਿ ਵੀ ਇਹ ਟੀਚਰਸ ਦੇ ਨਾਂ ਤੇ ਤਾਂ ਕਹਿ ਰਹੇ ਆ ਵੀ ਅਸੀਂ ਸੈਲਰੀ ਦੇਣੀ ਹੈ, ਪਰ ਟੀਚਰਸ ਨਾਲ ਜ਼ਿਆਦਤੀ ਹੋ ਰਹੀ ਹੈ। ਟੀਚਰਸ ਨੂੰ ਵੀ ਸੈਲਰੀ, ਇਹਨਾਂ ਨੇ ਬਹੁਤ ਸਾਰਾ ਸਟਾਫ ਕੱਢ ਵੀ ਦਿੱਤਾ। ਕੋਰਟ ਜੀ ਐਡਵੋਕੇਟ ਸਾਹਿਬ, ਐਨੂਅਲ ਫੀਸ ਦਾ ਕੀ ਹੈਗਾ? ਜਿਹੜੀ ਸਾਲਾਨਾ ਫੀਸ ਆ ਉਹ ਵੀ ਲਈ ਜਾਊਗੀ, ਨਹੀਂ ਲਈ ਜਾਊਗੀ? ਜਿਹੜਾ ਤਾਂ ਸਕੂਲ ਆਨਲਾਈਨ ਐਜੂਕੇਸ਼ਨ ਨਹੀਂ ਦੇ ਰਿਹਾ ਉਹ ਤਾਂ ਕੁਝ ਵੀ ਨਹੀਂ ਲੈ ਸਕਦਾ। ਜਿਹੜਾ ਸੈਕੰਡ ਪਾਰਟ ਹੈ, ਕਿਉਂਕਿ ਇਹ ਹਲੇ ਇੰਟਰਮ ਆਰਡਰ ਹੈ, ਸੈਕੰਡ ਕਲੌਜ਼ ਦੇ ਵਿੱਚ ਜਿਹੜੀ ਸੈਕੰਡ ਪਾਰਟ ਹੈ ਉਹਦੇ ਵਿੱਚ ਮੋਡੀਫਿਕੇਸ਼ਨ ਕੀਤੀ ਹੈ। ਥਰਡ ਦੇ ਵਿੱਚ ਜਿਹੜੀ ਟਿਊਸ਼ਨ, ਜਿਹੜੀ ਟਰਾਂਸਪੋਰਟੇਸ਼ਨ ਫੀ ਹੈ ਉਹ ਕਲੈਰੀਫਾਈਡ ਕੀਤਾ ਵੀ ਉਹ ਨਹੀਂ ਲੈ ਸਕਦੇ। ਤੀਜੇ ਨੰਬਰ ਤੇ ਇਹ ਕਿਹਾ ਗਿਆ ਕਿ ਵੀ ਜਿਹੜੇ ਸਟਾਫ ਨੂੰ ਸੈਲਰੀ ਜਿਹੜੀ ਹੈ ਉਹ ਪੂਰੀ ਸਕੂਲ ਨੂੰ ਦੇਣੀ ਪਏਗੀ। ਅਗਰ ਇਹ ਅੰਡਰਟੇਕਿੰਗ ਇਹਨਾਂ ਦੀ ਬੇਸ ਤੇ ਰਿਕਾਰਡ ਕੀਤੀ ਹੈ ਕੋਰਟ ਨੇ ਵੀ ਤੁਸੀਂ ਜਿੰਨੀ ਲੋਕਡਾਊਨ ਤੋਂ ਪਹਿਲਾਂ ਬਣਦੀ ਸੀ ਉਨੀ ਘੱਟ ਨਹੀਂ ਸੈਲਰੀ ਜਿੰਨੀ ਤੁਸੀਂ, ਕਿਉਂਕਿ ਸੈਲਰੀ ਦੇ ਨਾਂ ਤੇ ਤੁਸੀਂ ਪੈਸੇ ਲੈ ਰਹੇ ਹੋ। ਥੋੜਾ ਜਿਹਾ ਕਲੀਅਰ ਹੋਰ ਕਰਨਾ ਚਾਹੁੰਦੇ ਆ ਕਿ ਕਈ ਸਕੂਲਾਂ ਨੇ ਇਦਾਂ ਕੀਤਾ ਹੈ ਐਡਵੋਕੇਟ ਸਾਹਿਬ ਕਿ ਜਿਵੇਂ ਅਪ੍ਰੈਲ, ਮਈ, ਜੂਨ, ਜੁਲਾਈ 4 ਮਹੀਨੇ ਨਹੀਂ ਪੜਾਇਆ ਹੈਗਾ। ਜੁਲਾਈ ਤੋਂ ਬਾਅਦ ਜਦੋਂ ਸਕੂਲ ਫੀਸਾਂ ਬਾਰੇ ਫੈਸਲਾ ਅਦਾਲਤ 'ਚ ਗਿਆ, ਫੀਸ ਲੈਣ ਬਾਰੇ ਗੱਲਬਾਤ ਹੋਈ, ਤਾਂ ਉਹ ਤੋਂ ਬਾਅਦ ਆਨਲਾਈਨ ਸਟੱਡੀ ਸ਼ੁਰੂ ਕਰਤੀ। ਕੀ ਉਹ ਪੁਰਾਣੇ 4 ਮਹੀਨਿਆਂ ਦੀ ਫੀਸ ਲੈ ਸਕਦੇ ਨੇ? ਮੈਂ ਉਹੀ ਦੱਸਦਾ, ਬਿਲਕੁਲ ਨਹੀਂ ਲੈ ਸਕਦੇ। ਉਹ ਪਹਿਲਾਂ ਸਿੰਗਲ ਬੈਂਚ ਨੇ ਕਹਿਤਾ ਸੀ ਲੈ ਲਓ, ਉਹ ਤਾਂ ਉਹਨਾਂ ਨੇ ਅੱਧੇ ਸਕੂਲਾਂ ਨੇ ਤਾਂ ਸ਼ੁਰੂਆਤ ਹੀ ਉਦੋਂ ਕਰੀ ਸੀ ਜਦੋਂ ਕੋਰਟ ਨੇ ਕਹਿਤਾ ਵੀ ਲੈ ਲਓ। ਉਹਨਾਂ ਨੇ ਮਤਲਬ ਸਟਾਰਟ ਕਰਤਾ ਵੀ ਇਹ ਸਾਨੂੰ ਤਾਂ ਮਤਲਬ ਇਹ ਬੈਨੀਫਿਟ ਹੋ ਗਈ ਹੈ। ਬਿਲਕੁਲ ਨਹੀਂ ਲੈ ਸਕਦੇ, ਬਿਲਕੁਲ ਕਲੀਅਰ ਕੀਤਾ ਹੈ। ਹਾਲੇ ਸਾਡੀਆਂ ਹੋਰ ਬਹੁਤ ਇਹਦੇ ਵਿੱਚ ਪ੍ਰੇਅਰਸ ਨੇ। ਇਹਦੇ 'ਚ ਤਾਂ ਕੈਟਾਗਰੀਕਲੀ ਮੰਗਿਆ ਗਿਆ ਹੈ ਵੀ ਜਿਹੜੇ ਇਹ ਸਕੂਲ ਨੇ ਇਹ ਚੈਰੀਟੇਬਲ ਇੰਸਟੀਟਿਊਸ਼ਨ ਨੇ, ਨਾ ਕਿ ਪ੍ਰੋਫਿਟੇਬਲ ਇੰਸਟੀਟਿਊਸ਼ਨਸ ਨੇ। ਬੱਚੇ ਜਿਹੜੀ ਚੀਜ਼ ਦੀ, ਜਿਹੜਾ ਬੰਦਾ ਕੋਈ ਵੀ ਸਰਵਿਸ ਲੈ ਹੀ ਨਹੀਂ ਰਿਹਾ, ਦੁਨੀਆ ਦੇ ਵਿੱਚ ਕਿਹੜਾ ਕਾਨੂੰਨ ਹੈ ਜਿਹੜਾ ਇਹ ਕਹੇ ਵੀ ਉਹਦੇ ਸਰਵਿਸਿਜ਼ ਪੇ ਕਰ ਦੋ? ਬਿਲਕੁਲ। ਜੇ ਤੁਹਾਡਾ ਦੁੱਧ ਵਾਲਾ ਦੁੱਧ ਦੇ ਨਹੀਂ ਰਿਹਾ 2 ਮਹੀਨੇ ਤੋਂ, ਤਾਂ ਕਿਵੇਂ ਉਹ ਪੈਸੇ ਲੈ ਸਕਦਾ ਹੈ? ਜੇ ਕੋਈ ਗੱਡੀ ਧੋਣ ਵਾਲਾ ਤੁਹਾਡੇ ਕੋਲੇ ਗੱਡੀ ਧੋਣ ਆਉਂਦਾ ਨਹੀਂ, ਤਾਂ ਕਿਵੇਂ ਪੈਸੇ ਲੈ ਰਿਹਾ? ਪਰ ਸਕੂਲ ਵਾਲੇ ਕਹਿ ਰਹੇ ਨੇ ਕਿ ਸਾਨੂੰ ਤੁਸੀਂ ਫੀਸ ਦੇ ਦਿਓ। ਇਸੇ ਕਰਕੇ ਤਾਂ ਕੋਰਟ 'ਚ ਖੜੇ ਆ। ਮੈਂ ਉਦੋਂ ਵੀ ਕਲੀਅਰ ਕੀਤਾ ਸੀ, ਮੈਂ ਉਦੋਂ ਦਾ ਹੀ ਮਗਰ ਲੱਗਾ ਪੇਰੈਂਟਸ ਦਾ। ਇਹ ਸੀ ਮੈਨੂੰ ਵੀ ਕੋਈ ਪੱਖ ਰਹਿ ਨਾ ਜਾਵੇ। ਅੱਜ ਜਿਹੜੀ ਪਹਿਲੀ ਪੌੜੀ ਅਸੀਂ ਚੜ੍ਹ ਚੁੱਕੇ ਹਾਂ, ਇਹ ਅਗਲੇ ਨਵੰਬਰ ਦੇ ਮਹੀਨੇ 'ਚ ਰੱਖ ਲਿਆ ਗਿਆ ਔਰ ਓਪਨ ਰੱਖਿਆ ਗਿਆ। ਇਹ ਹਾਲੇ ਤਾਂ ਪੂਰਾ ਆਰਗੂਮੈਂਟਸ ਹੋਣੇ ਆ। ਹਾਲੇ ਤਾਂ ਅਸੀਂ ਇਹ ਇੱਥੋਂ ਤੱਕ ਕਹਿੰਦੇ ਆ ਕਿ ਵੀ ਜੇ ਇਹਨਾਂ ਨੇ
6 ਚੋਂ 2 ਕਲਾਸਾਂ ਦਿੱਤੀਆਂ, ਟਿਊਸ਼ਨ ਫੀਸ ਵੀ ਅਸੀਂ ਉਹ 2 ਕਲਾਸਾਂ ਦੀ ਦੇਣੀ ਹੈ। ਮੈਂ ਇੱਥੇ ਹੋਰ ਇਹੀ ਸਵਾਲ ਸੀਗਾ, ਹੁੰਦਾ ਕੀ ਹੈ ਆਮ ਕਰਕੇ ਜੋ ਅਸੀਂ ਦੇਖਦੇ ਹਾਂ ਕਿ ਮੰਡੇ ਨੂੰ ਇੱਕ ਕਲਾਸ ਲਾ ਲਈ ਜਾਂਦੀ ਹੈ, ਮੰਨ ਲਓ ਸਾਇੰਸ ਦੀ, ਦੂਜੇ ਦਿਨ ਹਿਸਟਰੀ ਦੀ, ਤੀਜੇ ਦਿਨ ਪੰਜਾਬੀ ਦੀ, ਮਤਲਬ ਅੱਧੇ ਘੰਟੇ ਦੀ ਕਲਾਸ ਲੱਗਦੀ ਹੈ 25 ਮਿੰਟ ਦੀ। ਵੈਸੇ ਸਕੂਲ 5-6 ਘੰਟੇ ਲੱਗਦਾ ਤੇ ਉਹਨੂੰ ਇਹ ਆਨਲਾਈਨ ਸਟੱਡੀ ਮੰਨ ਲਿਆ ਜਾਂਦਾ ਹੈ। ਠੀਕ ਹੈ ਜੀ। ਫਿਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੰਟੀਨਿਊ ਆਨਲਾਈਨ ਸਟੱਡੀ, ਕੀ ਇਹਨੂੰ ਵੀ ਕੰਟੀਨਿਊ ਆਨਲਾਈਨ ਸਟੱਡੀ ਮੰਨ ਲਈਏ? ਨਹੀਂ, ਕੰਟੀਨਿਊ ਮਤਲਬ ਜੇ 2 ਕਲਾਸਿਸ ਦੇ ਰਿਹਾ, ਹਰ ਰੋਜ਼ 2 ਕਲਾਸਿਸ ਦੇ ਰਿਹਾ, ਇਹ ਕੰਟੀਨਿਊ ਦਾ ਮਤਲਬ ਇਹ ਹੈ। ਕੰਟੀਨਿਊ ਸਟੱਡੀ ਦਾ ਮਤਲਬ ਇਹ ਨਹੀਂ, ਕਿਉਂਕਿ ਹੁਣ ਤਾਂ ਇਹਨਾਂ ਨੇ CBSE ਨੇ ਨਵੀਆਂ ਗਾਈਡਲਾਈਨਸ ਲਗਾਤੀਆਂ। ਪਹਿਲਾਂ ਤਾਂ ਲੋਕਡਾਊਨ 'ਚ ਦਿੰਦੇ ਹੀ 2 ਕਲਾਸਿਸ ਸੀਗੇ ਨਾ, ਹੁਣ ਇਹ 3-3 4-4 ਵੀ ਦੇ ਰਹੇ ਨੇ। ਕੰਟੀਨਿਊ ਮਤਲਬ ਹਰ ਰੋਜ਼ ਦਿੰਦੇ ਨੇ। ਜੇ ਇੱਕ ਕਲਾਸ ਦੇ ਰਹੇ ਆ ਤਾਂ ਹਰ ਰੋਜ਼, ਜੇ 2 ਕਲਾਸਿਸ ਦੇ ਰਹੇ ਆ ਅੱਜ ਵੀ, ਕੱਲ ਵੀ, ਪਰਸੋਂ ਵੀ, ਕਿਉਂਕਿ ਪਹਿਲਾਂ ਇਦਾਂ ਸੀ। ਇਹ 'ਚ ਬੜਾ ਕ੍ਰਿਟੀਕਲ ਇਸ਼ੂ ਹੈ। ਇਹ ਵੀ ਇਸ਼ੂ ਬਣਦਾ ਹੈ, ਸਕੂਲ ਆਨਲਾਈਨ ਐਜੂਕੇਸ਼ਨ ਦੇ ਰਿਹਾ, ਬੱਚਾ ਲੈ ਨਹੀਂ ਪਾ ਰਿਹਾ। ਕਿਉਂਕਿ ਮੈਂ ਗਰਾਊਂਡ ਲਿਆ ਹੋਇਆ, ਕਿੰਨੇ ਲੋਕਾਂ ਦਾ ਬਿਜ਼ਨਸ ਠੱਪ ਹੋ ਗਿਆ। ਜਿਹੜੇ ਸ਼ਹਿਰਾਂ 'ਚ ਬੱਚੇ ਪੜਾਉਣੇ ਆਉਂਦੇ ਬਿਜ਼ਨਸ ਕਰਕੇ, ਬਿਜ਼ਨਸ ਠੱਪ ਹੋ ਗਿਆ, ਉਹ ਪਿੰਡਾਂ 'ਚ ਚਲੇ ਗਏ। ਤੁਸੀਂ ਪਿੰਡਾਂ 'ਚ ਤਾਂ ਸਾਡੀ ਰੀਚ ਹੀ ਨਹੀਂ ਹੈ। ਨੈਟ ਤਾਂ ਬਹੁਤ ਦੂਰ ਦੀ ਗੱਲ ਆ, ਤੁਹਾਨੂੰ ਆਮ ਫੋਨ ਨਹੀਂ ਉੱਥੇ ਮਿਲਦਾ। ਅਗਲੇ ਦਾ ਫੇਰ ਦੁਬਾਰਾ ਸਪਸ਼ਟ ਕਰ ਦਈਏ, ਕਿਉਂਕਿ ਬਹੁਤ ਜ਼ਰੂਰੀ ਆ, ਬਹੁਤ ਲੋਕਾਂ ਦੇ ਨਾਲ ਜੁੜਿਆ ਹੋਇਆ ਮਸਲਾ ਹੈ, ਲੋਕਾਂ ਦਾ ਅਸਰ ਪੈਣਾ ਇਸ ਫੈਸਲੇ ਦੇ ਨਾਲ। ਜਿਹੜੇ ਪੁਆਇੰਟਸ ਨੇ ਫੈਸਲੇ ਦੇ, ਉਹ ਥੋੜੇ ਜਿਹਾ ਦੁਬਾਰਾ ਦੱਸੋ। ਮੈਂ ਦੁਬਾਰਾ ਦੱਸਦਾ, ਕੋਈ ਜਿਹੜਾ ਸਕੂਲ ਆਨਲਾਈਨ ਐਜੂਕੇਸ਼ਨ ਦਿੱਤੀ ਨਹੀਂ ਗੀ, ਜਿਹੜੇ ਸਕੂਲ ਨੇ, ਉਹ ਕੋਈ ਫੀਸ ਨਹੀਂ ਲੈ ਸਕਦਾ। ਠੀਕ ਹੈ। ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਸੀਗੇ ਕਿ ਪੜਾਇਆ ਉਹਨਾਂ ਨੇ ਹੈ ਨਹੀਂ, ਪਰ ਉਹ ਫੀਸ ਮੰਗ ਰਹੇ ਸੀਗੇ, ਉਹ ਬਿਲਕੁਲ ਫੀਸ ਨਹੀਂ ਲੈ ਸਕਦੇ। ਬਿਲਕੁਲ ਫੀਸ ਨਹੀਂ ਲੈ ਸਕਦੇ। ਜਿਹੜੇ ਸਕੂਲਾਂ ਨੇ ਆਨਲਾਈਨ ਐਜੂਕੇਸ਼ਨ ਕੰਟੀਨਿਊ ਦਿੱਤੀ ਹੈ, ਜਿਹੜੇ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਹੈ ਉਹਨਾਂ ਨੇ ਐਜੂਕੇਸ਼ਨ, ਉਹ ਫੀ ਚਾਰਜ ਕਰ ਸਕਦੇ ਨੇ। ਕਿੰਨੀ ਫੀਸ ਆ? ਉਹ ਪੂਰੀ ਹੈ ਜਾਂ ਅੱਧੀ ਹੈ ਜਾਂ ਕਿਵੇਂ? ਜਿਹੜਾ ਸੈਕੰਡ ਕਲੌਜ਼ ਵਿੱਚ ਉਹ ਤਾਂ ਗੱਲੇ ਟਿਊਸ਼ਨ ਫੀਸ ਦੀ ਕਰ ਰਿਹਾ ਨਾ। ਟਿਊਸ਼ਨ ਫੀਸ ਦੀ ਗੱਲ ਕਰ ਰਿਹਾ, ਜੀ ਚ ਅਮੈਂਡ ਕੀਤਾ ਸਿੰਗਲ ਬੈਂਚ ਦਾ ਫੈਸਲਾ। ਉਹ ਟਿਊਸ਼ਨ ਫੀ ਚਾਰਜ ਕਰ ਸਕਦਾ। ਤੀਜੇ ਪੁਆਇੰਟ 'ਚ, C ਪੁਆਇੰਟ 'ਚ ਸੀਗਾ ਟਰਾਂਸਪੋਰਟੇਸ਼ਨ ਆਪ ਕੈਲਕੂਲੇਟ ਕਰਨਗੇ, ਸਾਰਾ ਕੁਝ ਆਪ ਕਰਨਗੇ। ਆਪਣਾ ਤਾਂ ਵੈਰੀ ਕਨਸੈਪਟ ਕਲੀਅਰ ਸੀ, ਜਦੋਂ ਬਿਲਡਿੰਗ ਯੂਜ਼ ਨਹੀਂ ਹੁੰਦੀ, ਪੱਖੇ ਯੂਜ਼ ਨਹੀਂ ਹੁੰਦੇ, AC ਯੂਜ਼ ਨਹੀਂ ਹੁੰਦੇ ਸਕੂਲਾਂ ਦੇ, ਤਾਂ ਉਹਨਾਂ ਨੂੰ ਵੈਨ ਯੂਜ਼ ਨਹੀਂ ਹੁੰਦੀ, ਉਹ ਕਲੀਅਰ ਕਰਤਾ। ਟਰਾਂਸਪੋਰਟੇਸ਼ਨ ਤਾਂ ਬਿਲਕੁਲ ਹੀ ਬੰਦ ਕਰਤੀ ਹੈ। ਅਸੀਂ ਤਾਂ ਇੱਥੋਂ ਤੱਕ ਮੰਗਿਆ ਸੀ, ਇਹ ਜਿਹੜੀ ਆਨਲਾਈਨ ਐਜੂਕੇਸ਼ਨ ਹੈ, ਇਹ ਤਾਂ ਬੱਚਿਆਂ ਦੇ ਪੇਰੈਂਟਸ ਦੇ ਬਰਡਨ ਬਣ ਚੁੱਕਿਆ, ਜਿਹਨਾਂ ਨੂੰ ਜਿਹੜੇ ਗੈਜਟਸ ਨੇ, ਫੋਨ, ਮਲਟੀਮੀਡੀਆ, ਲੈਪਟਾਪ ਲਿਆ, ਕਿਸੇ ਨੇ ਮੋਬਾਈਲ ਲਿਆ, ਕਿਸੇ ਨੇ ਨੈਟ ਲਵਾਇਆ, ਕਿਸੇ ਨੇ ਵਾਈਫਾਈ ਲਵਾਇਆ। ਇਸ ਤੋਂ ਇਲਾਵਾ ਜਿਹੜੇ ਪੇਰੈਂਟਸ ਤੇ ਤਲਵਾਰ ਲਟਕ ਗਈ, ਹੁਣ ਤੁਸੀਂ 35 ਜਾਂ 40 ਬੱਚੇ ਨੇ, ਜਾਂ 20 ਬੱਚੇ ਨੇ, ਜਾਂ 30 ਬੱਚੇ ਨੇ, ਆਨਲਾਈਨ ਐਜੂਕੇਸ਼ਨ ਦੇ ਵਿੱਚ ਟੀਚਰ ਤਾਂ ਮਿਹਨਤ ਕਰ ਰਿਹਾ, ਪਰ ਬੱਚੇ ਨੂੰ ਕਿੰਨਾ ਕੁ ਸੁਣ ਪਾ ਰਿਹਾ, ਉੱਥੇ ਨੈਟ ਪ੍ਰੋਬਲਮ ਹੈ। ਉਹ ਬਾਅਦ ਚ ਪੇਰੈਂਟਸ ਦਾ ਦਿਮਾਗ, ਕਿਉਂਕਿ ਉਹਨੇ ਸਾਰਾ ਵਰਕ ਵੀ ਕਰਨਾ। ਟੀਚਰਸ ਦਾ ਵਰਕ ਪੇਰੈਂਟਸ ਵੀ ਪਰਫਾਰਮ ਕਰਦੇ ਸੀ, ਖਰਚਾ ਤਾਂ ਕਰਦੇ ਸੀ। ਹੋਰ ਦੁਬਾਰਾ ਫੇਰ ਪੁੱਛ ਰਿਹਾ ਵੀ, ਜਿਵੇਂ 4 ਮਹੀਨੇ ਕਿਸੇ ਨੇ ਸਿਰਫ ਫੋਟੋ ਖਿੱਚ ਕੇ ਭੇਜੀ ਹੋਮਵਰਕ ਦੀ, ਤੇ ਉਸ ਤੋਂ ਬਾਅਦ 4 ਮਹੀਨੇ ਆਨਲਾਈਨ ਕਰਾਈ, ਤਾਂ ਫਿਰ ਜਿਹੜੀ ਪਿਛਲੇ ਫੋਟੋ ਭੇਜੀ ਸੀਗੀ ਹੋਮਵਰਕ ਦੀ, ਉਹਦੀ ਫੀਸ ਨਹੀਂ ਲਊਗਾ? ਸਿਰਫ ਜਿਹੜੀ ਆਨਲਾਈਨ ਕਲਾਸਾਂ ਜਿਹੜੇ ਮਹੀਨੇ ਤੋਂ ਸ਼ੁਰੂ ਹੋਈਆਂ ਉਹਦੀ ਫੀਸ ਲੈ ਸਕਦਾ? ਜਿਹੜੇ ਜਦੋਂ ਤੋਂ ਆਨਲਾਈਨ ਸ਼ੁਰੂ ਕੀਤੀ ਆ ਉਦੋਂ ਤੋਂ ਹੀ ਲਏਗਾ। ਫੋਟੋਆਂ ਖਿੱਚ ਕੇ ਭੇਜਣਾ ਆਨਲਾਈਨ ਐਜੂਕੇਸ਼ਨ 'ਚ ਤੇ ਨਹੀਂ ਆਉਂਦਾ ਸਰ। ਅੱਛਾ, ਇਸ ਤੋਂ ਇਲਾਵਾ ਮੈਂ ਹੋਰ ਵੀ ਇੱਕ ਦੁਬਾਰਾ ਰਿਮਾਈਂਡ ਕਰਾ ਦੇਣਾ ਚਾਹੁੰਦਾ, ਆਪਣੇ ਜਿਹੜਾ ਪੇਰੈਂਟਸ ਵੱਲੋਂ ਕੇਸ ਕੀਤਾ ਹੋਇਆ, ਜਿਹੜੀ ਅਪੀਲ ਪੈਂਡਿੰਗ ਪਈ ਆ, ਉਹ 'ਚ ਤਾਂ ਇੱਥੋਂ ਤੱਕ ਮੰਗਿਆ ਕਿ ਜਿਹੜੇ ਪ੍ਰੀ ਨਰਸਰੀ ਦੇ ਬੱਚੇ ਨੇ, ਅਪ ਟੂ ਸੈਕੰਡ ਸਟੈਂਡਰਡ ਤੱਕ ਬੱਚੇ ਨੇ, ਜਿਨ੍ਹਾਂ ਨੂੰ ਬੈਠਣਾ ਹੀ ਨਹੀਂ ਆਉਂਦਾ, ਜਿਨ੍ਹਾਂ ਨਾਲ ਖਿਲਵਾੜੇ ਕੀਤਾ ਗਿਆ ਸਿਹਤ ਨਾਲ, ਉਹਨਾਂ ਤੋਂ ਕੋਈ ਫੀਸ ਲੈਣੀ ਨਹੀਂ ਬਣਦੀ। ਉਹ ਵੀ ਹਲੇ ਪੁਆਇੰਟ ਡਿਸਾਈਡ ਹੋਣਾ। ਇੰਟਰਮ ਫੈਸਲਾ ਫਿਲਹਾਲ ਰਿਲੀਫ ਗਿਵਿੰਗ ਹੈਗਾ ਸਾਨੂੰ। ਜਿਹੜਾ ਫਾਈਨਲ ਸਾਡੀ ਆਊਟਪੁੱਟ ਆ, ਉਹ ਹਲੇ ਅਗਲੀ ਹੀਅਰਿੰਗ ਕਦੋਂ? ਅਗਲੀ ਹੀਅਰਿੰਗ ਇਟਸ 12th of November 2000, ਇਸੇ ਅਗਲੇ ਮਹੀਨੇ ਦੀ 12 ਤਰੀਕ ਹੈ। ਠੀਕ ਹੈ। ਪਰ ਸਕੂਲਾਂ ਵਾਲੇ ਕਹਿੰਦੇ ਕਿ ਸਾਡੇ ਨਾਲ ਇਨਸਾਫ ਨਹੀਂ ਹੋ ਰਿਹਾ ਹੈਗਾ, ਕਿ ਸਾਡੇ ਬਿਲਡਿੰਗਸ ਚਾਰਜਿਸ ਨੇ, ਸਾਡੀਆਂ ਬੈਂਕਾਂ ਦੀਆਂ ਕਿਸ਼ਤਾਂ ਨੇ, ਸਾਡਾ ਸਕੂਲ ਦੀ ਟੀਚਿੰਗ ਨੌਨ ਟੀਚਿੰਗ ਸਟਾਫ ਦੀ ਸੈਲਰੀ ਹੈ, ਸਾਡੇ ਜਿਹੜੇ ਟਰਾਂਸਪੋਰਟ ਲਈ ਹੋਈ ਆ ਉਹਨਾਂ ਦੀਆਂ ਕਿਸ਼ਤਾਂ ਨੇ, ਕਿ ਦੇਣੀਆਂ ਪੈਂਦੀਆਂ ਨੇ। ਮੈਂ ਤੁਹਾਨੂੰ ਇਹੀ ਦੱਸਦਾ, ਇੱਕ ਐਗਜ਼ਾਮਪਲ ਨਾਲੇ ਸ਼ੁਰੂ ਕਰਦਾ। ਇੱਕ ਸਕੂਲ ਦੀ, ਮੈਂ ਮੋਹਾਲੀ ਵਾਲਿਆਂ ਦੀ ਗੱਲ ਕਰਦਾ। ਜਿਹੜੇ ਸਕੂਲ ਕੋਈ ਰੂਰਲ ਏਰੀਏ 'ਚ ਨੇ, ਉਹਨਾਂ ਦੇ ਖਰਚੇ ਵੀ ਘੱਟ ਨੇ। ਉਹਦੇ 'ਤੇ ਮੈਂ, ਕਿਉਂਕਿ ਜ਼ਿਆਦਾ ਸਭ ਤੋਂ ਪਹਿਲਾਂ ਇਹ ਮੋਹਾਲੀ ਤੇ ਜਿਹੜੇ ਵੱਡੇ ਸਕੂਲਾਂ ਵਾਲੇ ਮੈਟਰੋ ਸਿਟੀ 'ਚ ਜਿਨ੍ਹਾਂ ਦੇ ਸਕੂਲ ਨੇ, ਉਹ ਆਏ ਸੀ। ਹੁਣ ਇੱਕ ਸਕੂਲ ਦਾ ਮੈਂ ਡਾਟਾ ਲਾਇਆ ਸੀ, ਜਿਹਦੇ ਵਿੱਚ ਤਕਰੀਬਨ 2000 ਬੱਚੇ ਨੇ, 1900-2000 ਬੱਚਾ, 5800 ਰੁਪਇਆ, 5800 ਤੋਂ ਉੱਤੇ ਉਹਨਾਂ ਦੀ ਟਿਊਸ਼ਨ ਫੀ ਹੈ ਇਕੱਲੀ। ਟਿਊਸ਼ਨ ਫੀ ਦਾ 1 ਕਰੋੜ 5 ਲੱਖ ਰੁਪਇਆ ਬਣਦਾ ਹੈ। ਸੈਲਰੀ ਉਹਨਾਂ ਦੀ ਮਹੀਨੇ ਦੀ ਬਣਦੀ ਹੈ 15 ਤੋਂ 20 ਲੱਖ। ਇਹ ਮੈਂ ਹਾਈਲਾਈਟ ਵੀ ਕੀਤਾ ਹੋਇਆ, ਪੰਜਾਬ ਗਵਰਨਮੈਂਟ ਦੀ ਸਟੇਟਮੈਂਟ ਦੇ ਵਿੱਚ ਵੀ ਹੈ। ਉਹ ਤਾਂ ਟਿਊਸ਼ਨ ਫੀ ਲੈ ਕੇ ਵੀ 80 ਲੱਖ ਰੁਪਇਆ ਮਹੀਨਾ ਕਮਾ ਰਿਹਾ ਹੈ। ਬੱਚਿਆਂ ਦੇ ਪੇਰੈਂਟਸ ਜਿਹੜੇ ਆਪਣਾ ਰੋਟੀ ਫੁਲਕਾ ਵੀ ਛੱਡ ਕੇ ਇਹਨਾਂ ਦੀਆਂ ਫੀਸਾਂ ਉਤਾਰਦੇ ਨੇ, ਉਹਨਾਂ ਤੇ ਤਰਸ ਕਰਨਾ ਬਣਦਾ। ਸੈਕੰਡ, ਰਾਈਟ ਟੂ ਐਜੂਕੇਸ਼ਨ ਇਟਸ ਅ ਫੰਡਾਮੈਂਟਲ ਰਾਈਟ। ਰਾਈਟ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ, ਆਰਟੀਕਲ 21A, 6 ਸਾਲ ਤੋਂ 14 ਸਾਲ ਦਾ ਬੱਚਾ
ਫ੍ਰੀ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ ਅਸੀਂ, ਔਰ ਜਿਹੜੇ ਪ੍ਰਾਈਵੇਟ ਅਨਏਡਡ ਸਕੂਲਸ ਵੀ ਨੇ ਇਹਨਾਂ ਤੇ ਵੀ ਬਹੁਤ ਡਿਊਟੀਆਂ ਨੇ, ਕਿਉਂਕਿ ਇਹ ਕੋਈ ਪ੍ਰੋਫਿਟ ਨਹੀਂ ਹੈ, ਕੋਈ ਦੁਕਾਨ ਨਹੀਂ ਜਾਂ ਮਾਲ ਨਹੀਂ ਹੈ। ਇਹ ਇਹਨਾਂ ਨੂੰ ਕੰਸੈਸ਼ਨ ਰੇਟ ਤੇ ਜਿਹੜੀਆਂ ਨੇ ਲੈਂਡ ਐਲੋਕੇਟ ਕੀਤੀਆਂ ਜਾਂਦੀਆਂ ਨੇ, ਇਸ ਕਰਕੇ ਇਹ ਪ੍ਰੋਫਿਟ ਅਰਨਿੰਗ ਨਹੀਂ। ਹੁਣ ਪਤਾ ਚੱਲ ਜਾਏਗਾ ਜਦੋਂ ਬੈਲੈਂਸ ਸ਼ੀਟ ਆਣੀ ਹੈ ਨਾ, ਪਤਾ ਹੁਣ ਲੱਗਣਾ ਨਾ ਕਿੰਨਾ ਖਰਚਾ ਹੋਇਆ ਹੁੰਦਾ ਹੈ, ਕਿੰਨੀ ਇਨਕਮ ਹੁੰਦੀ ਹੈ, ਫਰਕ ਤਾਂ ਉੱਥੋਂ ਪਤਾ ਚੱਲਣਾ ਨਾ ਹੁਣ। ਤੇ ਪੇਰੈਂਟਸ ਦੇ ਲਈ ਤਾਂ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਸਿੰਗਲ ਬੈਂਚ ਤੋਂ ਬਾਅਦ ਜਦੋਂ ਡਬਲ ਬੈਂਚ 'ਚ ਗਏ ਤੁਸੀਂ, ਪਰ ਹੁਣ ਜਿਹੜੀਆਂ ਫੀਸਾਂ ਦਿੱਤੀਆਂ ਜਾ ਚੁੱਕੀਆਂ ਨੇ ਉਹ ਤਾਂ ਦਿੱਤੀਆਂ ਜਾ ਚੁੱਕੀਆਂ ਨੇ, ਉਹਨਾਂ ਦਾ ਵੀ ਕੋਈ ਹੱਲ ਹੋਊਗਾ? ਹਾਂ, ਬਹੁਤ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ। ਇਹ ਪੰਜਾਬ ਗਵਰਨਮੈਂਟ, ਕਿਉਂਕਿ ਪੰਜਾਬ ਗਵਰਨਮੈਂਟ ਕੋਲ ਪਾਰ ਹੈ ਕੰਟਰੋਲ ਕਰਨ ਦੀ ਸਕੂਲਾਂ ਨੂੰ, ਪ੍ਰਾਈਵੇਟ ਸਕੂਲਾਂ ਦੇ ਅਗੇਂਸਟ ਅਦਰਵਾਈਜ਼ ਰਿਟ ਲਾਈ ਨਹੀਂ ਕਰਦੀ। ਸਟੇਟ ਦੀ ਡੈਫੀਨੇਸ਼ਨ 'ਚ ਆਰਟੀਕਲ 12 ਦੇ ਵਿੱਚ ਸਟੇਟ ਆਇਡੈਂਟੀਟੀਜ਼ ਨੇ, ਇਸੇ ਕਰਕੇ ਸਟੇਟ ਨੂੰ ਆਪਾਂ ਪਾਰਟੀ ਬਣਾਇਆ ਹੋਇਆ। ਸਟੇਟ ਗਵਰਨਮੈਂਟ ਰੂਲ ਬਣਾ ਕੇ ਇਹਨਾਂ ਨੂੰ ਗਵਰਨ ਕਰੂਗੀ। ਐਪੀਡੈਮਿਕ ਐਕਟ ਤੇ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ, ਉਹਦੇ ਵਿੱਚ ਵੀ ਗਵਰਨਮੈਂਟ ਕੋਲ ਪਾਵਰ ਹੈ ਜਿਹੜੀ ਮਤਲਬ ਕੰਟਰੋਲ ਕਰਨ ਲਈ ਬਣਦੀ ਹੈ। ਆਪਾਂ ਦਾ ਹਰ ਇੱਕ ਦਾ ਰਾਈਟ ਟੂ ਫ੍ਰੀ, ਰਾਈਟ ਟੂ ਲਾਈਫ ਸੀਗਾ, ਅਸੀਂ ਬਾਹਰ ਜਾ ਸਕਦੇ ਆ ਸਕਦੇ ਸੀ। ਲੋਕਡਾਊਨ 'ਚ ਆਪਣਾ ਉਹ ਵੀ ਬੰਦ ਹੋ ਗਿਆ। ਐਦਾਂ ਹੀ ਇਹਨਾਂ ਤੇ ਕੁਝ ਕੰਡੀਸ਼ਨਾਂ ਲਾਈਆਂ ਸੀ, ਜਿਹਦੇ ਵਿੱਚ ਇੱਕ ਕੰਡੀਸ਼ਨ ਇਹ ਸੀ ਸਕੂਲਾਂ ਤੇ ਕਿ ਤੁਸੀਂ ਸਿਰਫ ਤੇ ਸਿਰਫ ਤੁਸੀਂ ਟਿਊਸ਼ਨ ਫੀ ਲੈ ਲਓ, ਐਡਮਿਸ਼ਨ ਚਾਰਜਸ ਜਾਂ ਜਿਹੜੇ ਐਨੂਅਲ ਚਾਰਜਸ ਨੇ ਉਹ ਜਦੋਂ ਨਾਰਮਲ ਕੰਡੀਸ਼ਨ ਹੋ ਜੂਗੀ ਉਹ ਤੇ ਮਹੀਨਾ ਬਾਅਦ ਲੈ ਲਿਓ। ਜਿਹੜਾ ਸਕੂਲ ਇਹਨੂੰ ਵਾਇਲੇਟ ਕਰੂਗਾ ਉਹਦੀ ਐਨਓਸੀ ਅਸੀਂ ਕੈਂਸਲ ਕਰਾਂਗੇ, ਰੈਕਗਨੀਸ਼ਨ ਅਸੀਂ ਕੈਂਸਲ ਕਰਾਵਾਂਗੇ ਕੰਸਰਨਡ ਸੀਬੀਐਸਈ ਜਾਂ ਹੋਰ ਬੋਰਡ ਤੋਂ। ਮੈਂ ਆਪਣੀ ਰਿਟ 'ਚ ਇਹ ਪਹਿਲਾਂ ਹੀ ਮੰਗ ਚੁੱਕਿਆ, ਕਿਉਂਕਿ ਉਦੋਂ ਵੀ ਜਦੋਂ ਮੈਂ ਰਿਟ ਫਾਈਲ ਕੀਤੀ ਹੈ ਬਹੁਤ ਸਾਰੇ ਸਕੂਲ ਇੱਦਾਂ ਦੇ ਸੀ ਬੱਚਿਆਂ ਦੇ ਪੇਰੈਂਟਸ ਨੂੰ ਡਰਾ ਧਮਕਾ ਕੇ ਪਹਿਲਾਂ ਹੀ ਉਹਨੂੰ ਉਹ ਆਰਡਰ ਨੂੰ ਹੈ ਜਿਹੜਾ ਪੰਜਾਬ ਗਵਰਨਮੈਂਟ ਦਾ ਉਹਨੂੰ ਵਾਇਲੇਟ ਕਰ ਚੁੱਕੇ ਸੀ। ਉਹ ਵਾਇਲੇਟ ਜੇ ਹੁੰਦਾ ਤਾਂ ਉਹਨੂੰ ਰੈਕਗਨੀਸ਼ਨ ਕੌਣ ਕੈਂਸਲ ਕਰੂਗਾ? ਗਵਰਨਮੈਂਟ ਹੀ ਕਰੂਗੀ। ਮੈਂ ਤਾਂ ਇਹ ਤੋਂ ਪਹਿਲਾਂ ਵੀ ਮੰਗਿਆ ਹੋਇਆ, ਇਹ ਵੀ ਮੰਗਿਆ ਹੋਇਆ ਵੀ ਉਹ ਫੀਸ ਜਿਹੜੀ ਹੈ ਰਿਫੰਡ ਕੀਤੀ ਜਾਵੇ। ਇੱਕ ਇੱਥੇ ਹੋਰ ਸਵਾਲ ਹੈ ਕਿ ਪਿਛਲੇ ਫੈਸਲੇ ਦੇ ਵਿੱਚ ਸ਼ਾਇਦ ਇਹ ਹੈ, ਤੁਸੀਂ ਹੋਰ ਬਿਹਤਰ ਦੱਸ ਸਕਦੇ ਹੋ, ਕਿ ਜਿਨ੍ਹਾਂ ਕੋਲੇ ਸਾਧਨ ਨਹੀਂ, ਜਿਹੜੇ ਫੀਸ ਨਹੀਂ ਦੇ ਸਕਦੇ, ਉਹ ਸਕੂਲ ਕੋਲੇ ਆਉਣ, ਸਕੂਲ ਨੂੰ ਲਿਖ ਕੇ ਦੇਣ। ਇਸ ਦੇ ਬਾਰੇ ਕੋਈ ਚੇਂਜ ਹੋਈ? ਹਾਂ, ਜਿਹੜਾ ਉਹ ਆਰਡਰ ਸੀ ਉਹ ਇੰਟਰਮ ਆਰਡਰ, ਇਹ ਸਿੰਗਲ ਬੈਂਚ ਦਾ ਆਰਡਰ ਹੈ, ਪੰਜਾਬ ਗਵਰਨਮੈਂਟ ਦਾ ਆਰਡਰ ਹੈ। ਇਹ ਆਰਡਰ ਸਿੰਗਲ ਬੈਂਚ ਨੇ ਪੰਜਾਬ ਗਵਰਨਮੈਂਟ ਦੀ ਹਦਾਇਤ ਨੂੰ ਪੜ੍ਹ ਕੇ, ਜਿੱਥੇ ਉਹਨੇ ਲਿਖਿਆ ਵੀ ਜੇ ਕਿਸੇ ਪੰਜਾਬ ਗਵਰਨਮੈਂਟ ਨੇ ਲਿਖਿਆ ਉਹ 'ਚ ਵੀ ਜੇ ਕਿਸੇ ਪੇਰੈਂਟ ਨੂੰ ਪ੍ਰੋਬਲਮ ਹੈ ਸਕੂਲ ਸਿੰਪਥੀ ਦੇ ਬਿਹਾਫ ਤੇ ਉਹਨੂੰ ਡਿਸਾਈਡ ਕਰੂਗਾ। ਉਹ ਤਾਂ ਖੜੀ ਹੋਆ ਕੰਡੀਸ਼ਨ, ਉਹ ਕੋਰਟ ਨੇ ਦਿੱਤਾ, ਚਾਹੇ ਟੁੱਟੀ ਤੇ ਨਹੀਂ, ਉਹ ਵੀ ਕੰਡੀਸ਼ਨ ਖੜੀ ਹੈ। ਸਿੰਗਲ ਬੈਂਚ ਨੇ ਵੀ ਕਿਹਾ ਬੀ ਔਰ ਸੀ ਦੇ ਵਿੱਚ ਜਿਹੜੀ ਆਬਜ਼ਰਵੇਸ਼ਨ ਆ ਉਹਨੂੰ ਅਲਟਰੇਸ਼ਨ ਜਿਹੜੀ ਹੈ ਹਾਈ ਕੋਰਟ ਨੇ ਕੀਤਾ, ਤੇ ਉਸ ਤੋਂ ਵੱਧ ਕੇ ਜੋ ਮੇਰੀ ਐਪਲੀਕੇਸ਼ਨ ਸੀਗੀ ਉਹ ਸਿੰਗਲ ਬੈਂਚ ਦੇ ਸੀ ਵੀ ਇਹਨਾਂ ਦੀ ਟਰਾਂਸਪੋਰਟੇਸ਼ਨ ਚਾਰजेस ਹੁਣ ਲੈ ਲਏ ਸਕੂਲਾਂ ਨੇ, ਬਾਗੜੀ ਸਾਹਿਬ, ਉਹਨਾਂ ਦਾ ਕੀ ਕਰੀਏ? ਇਹੀ ਤੇ ਕੁਐਸਚਨ ਹੈ। ਹੁਣ ਕੋਰਟ ਡਿਸਾਈਡ ਕਰੇਗੀ ਵੀ ਅਗਲੇ ਸਾਲ ਐਡਜਸਟ ਕਰ ਲਓ, ਬੱਚਾ ਤਾਂ ਉੱਥੇ ਹੀ ਪੜ੍ਹਨਾ। ਮੈਨੂਅਲ ਫੀਸ ਵੀ ਲੈ ਲਈ, ਉਹਦੇ ਬਾਰੇ ਵੀ ਫੈਸਲਾ ਹਾਲੇ ਤਾਂ ਆਉਣਾ ਹੈ। ਯੈਸ ਇਟ ਇਜ਼। ਮੈਂ ਇਸੇ ਕਰਕੇ ਕੋਰਟ ਨੂੰ ਵੀ ਇਹ ਗੱਲ ਮੈਂ ਬਾਰ-ਬਾਰ ਕਹੀ ਕਿ ਵੀ ਇਹ ਡਿਸਪਿਊਟ ਉਹ ਹੈ ਜਿਹ 'ਚ ਡੇਟਾ ਪਾ ਕੇ ਨਹੀਂ ਹੋਣਾ ਚਾਹੀਦਾ। ਰੈਗੂਲਰ ਹੀਅਰਿੰਗ ਹੋਵੇ। ਮੈਂ ਇਹ ਸ਼ੁਰੂ ਤੋਂ ਕਹਿੰਦਾ ਆ ਰਿਹਾ ਕੋਰਟ ਦੇ ਅੱਗੇ ਵੀ ਇਹਨੂੰ ਤੁਸੀਂ ਸਾਡੇ ਹੱਕ 'ਚ ਕਰ ਦਿਓ, ਦੂਜੇ ਪੱਖ 'ਚ ਕਰ ਦਿਓ। ਬੱਚਿਆਂ ਦੇ ਪੇਰੈਂਟਸ ਤਾਂ ਹੁਣ ਲਟਕੇ ਹੋਏ ਨੇ, ਤੁਸੀਂ ਬੱਚਿਆਂ ਦੇ ਪੇਰੈਂਟਸ ਨੂੰ ਕਹਿ ਰਹੇ ਹੋ ਸਕੂਲ ਕੋਲ ਜਾਓ, ਤੁਸੀਂ ਬੱਚਿਆਂ ਦੇ ਪੇਰੈਂਟਸ ਜਿਹੜੇ ਪਹਿਲਾਂ ਹੀ ਪਰੇਸ਼ਾਨ ਨੇ ਉਹਨਾਂ ਨੂੰ ਤਾਂ ਮੁਰਜਮ ਬਣਾਤਾ। ਕਿਉਂਕਿ ਸਕੂਲ ਵਾਲੇ ਪੁੱਛ ਰਹੇ ਸੀ ਤੁਹਾਡੀ ਕੀ ਸੈਲਰੀ ਹੈ, ਤੁਹਾਡੀ ਕਿਹੜੀ, ਤੁਹਾਡੀ ਨੌਕਰੀ ਗਈ ਕਿ ਨਹੀਂ ਗਈ, ਨਹੀਂ ਗਈ, ਤੁਹਾਡੇ ਕੋਲ ਐਗਰੀਕਲਚਰ ਇਨਕਮ ਹੋਏਗੀ। ਉਹ ਤਾਂ ਇਹ ਐਦਾਂ ਟਰੀਟ ਕਰ ਰਹੇ ਸੀ ਜਿਵੇਂ ਕੋਈ ਇਹਨਾਂ ਨੇ ਜੁਰਮ ਕਰ ਦਿੱਤਾ ਹੋਵੇ। ਸੋ ਮੈਂ ਉਹਦੇ ਬਿਲਕੁਲ ਅਗੇਂਸਟ ਸੀ ਜਿਹੜਾ ਇੰਟਰਨ। ਹੁਣ ਜਿਹੜੀ ਟਿਊਸ਼ਨ ਫੀਸ ਹੈ ਫੁੱਲ ਫੀਸ ਹੈ ਜਾਂ ਕਿਵੇਂ ਹੈਗੀ? ਦੇਖੋ ਟਿਊਸ਼ਨ ਫੀ ਹਰ ਇੱਕ ਸਕੂਲ ਨੇ ਡਿਫਰੈਂਟਲੀ ਡਿਫਾਈਨ ਕੀਤੀ ਹੋਈ ਹੈ। ਇਦਾਂ ਮੈਨੂੰ ਜੋ ਮੈਂ ਸਮਝਦਾ, ਜਿੰਨਾ ਕੁ ਮੈਨੂੰ ਪਤਾ ਲੱਗਿਆ, ਜਿਵੇਂ ਜੇ 2021 ਹੈ ਤਾਂ ਉਹਦੇ ਵਿੱਚੋਂ 1700-1800 ਟਿਊਸ਼ਨ ਫੀਸ ਉਹਨਾਂ ਨੇ ਕਹਿਤੀ ਹੈ, ਸਿਰਫ 300-400 ਦਾ ਫਰਕ ਪਿਆ ਸਿਰਫ। ਨੋ ਜਿਹੜੀ ਮੈਂ ਤੁਹਾਨੂੰ ਉਹੀ ਕਲੈਰੀਫਾਈ ਕਰਦਾ, ਟਿਊਸ਼ਨ ਫੀ ਅਸਲ ਵਿੱਚ ਕਈ ਸਕੂਲਾਂ ਨੇ ਟਿਊਸ਼ਨ ਫੀ ਇਹਦੇ ਤੇ ਵੀ ਵਾਈਡਰ ਆਸਪੈਕਟ ਹੈ, ਤਦੇ ਤੇ ਇਸ ਗੱਲ ਨੂੰ ਕਲੈਰੀਫਾਈ ਕਰਨ ਵਾਸਤੇ ਕਈ ਸਕੂਲਾਂ ਨੇ ਟਿਊਸ਼ਨ ਫੀ ਅਲੱਗ ਤੋਂ ਹੈਡ ਹੈ, ਐਨੂਅਲ ਚਾਰਜਸ, ਬਿਲਡਿੰਗ ਚਾਰਜਸ, ਕਈਆਂ ਨੇ ਬਿਲਡਿੰਗ ਚਾਰਜਸ ਐਕਸੈਕਟਰਾ ਵੀ ਵਿੱਚ ਪਾਏ ਹੋਏ ਨੇ। ਉਹ ਫਾਈਨਲ ਐਡਜੂਡੀਕੇਸ਼ਨ ਤੇ ਕਲੀਅਰ ਹੋਣਾ। ਜਿਹੜੇ ਚਾਰਜਸ ਟਿਊਸ਼ਨ ਫੀ ਤਾਂ ਅੱਜ ਗੱਲ ਕੀਤੀ ਹੈ ਨਾ ਫਿਲਹਾਲ, ਕਿਉਂਕਿ ਪੰਜਾਬ ਗਵਰਨਮੈਂਟ ਨੇ ਵੀ ਟਿਊਸ਼ਨ ਫੀ ਦੀ ਗੱਲ ਕਰਤੀ ਸੀ। ਉਹਨਾਂ ਨੇ ਕਿਹਾ ਸੀ ਜਿਹੜੀ ਵਕੇਸ਼ਨ ਵਾਲੀ ਫੀ ਆ ਉਹ ਵੀ ਚਾਰਜ ਸਮਰ ਵਕੇਸ਼ਨ ਵਾਲੀ ਹੈ, ਅਸੀਂ ਉਹਦੇ ਵੀ ਅਗੇਂਸਟ ਹੈ। ਉਹ ਤਾਂ ਹਲੇ ਇੰਟਰਪ੍ਰੇਟ ਕੋਰਟ ਨੇ ਕਰਨਾ ਹੈ ਵੀ ਟਿਊਸ਼ਨ ਫੀ ਹੋਊਗੀ ਕਿੰਨੀ, ਇੱਕ ਸਕੂਲ ਦੀ ਟਿਊਸ਼ਨ ਫੀ ਬਿਲਕੁਲ ਵੀ ਪਰਸੈਂਟੇਜ ਵੀ ਕੀ ਆ ਉਹਦੀ ਪਤਾ ਤਾਂ ਹੋਵੇ ਨਾ। ਮੈਂ ਕਹਿੰਦਾ ਵੀ ਉਹ ਬਾਈਫਰਕੇਟ ਕਰਕੇ ਉਹ ਕਲੈਰੀਫਾਈ ਕੀਤਾ ਕੋਰਟ ਹੀ ਕਰੇਗੀ, ਆਪਾਂ ਤਾਂ ਮੰਗ ਰਹੇ ਹਾਂ। ਹਾਲੇ ਕੋਈ ਧੱਕੇ ਨਾਲ ਜਾਂ ਕਹਿ ਸਕਦਾ ਕਿ ਫੀਸਾਂ ਲੈ ਲਈਆਂ ਜਾਣ, ਜਾਂ ਹਜੇ ਮਾਪਿਆਂ ਦੀ ਮਰਜ਼ੀ ਹੈ, ਜਾਂ ਅਗਲੀ ਹੀਅਰਿੰਗ ਦਾ ਇੰਤਜ਼ਾਰ ਕੀਤਾ ਜਾਵੇ? ਕੋਰਟ ਦਾ ਆਰਡਰ ਆ ਗਿਆ ਡਿਵੀਜ਼ਨ ਬੈਂਚ ਦਾ,
ਇਹੀ ਆਰਡਰ ਦੇ ਤਹਿਤ ਸਿੰਗਲ ਬੈਂਚ ਦੇ ਫੈਸਲੇ ਦੇ ਮੁਤਾਬਕ ਇਹਨਾਂ ਨੇ ਐਡੇ ਐਡੇ ਨੋਟਿਸ ਕੱਢ ਕੇ ਲੋਕਾਂ ਤੋਂ ਫੀਸਾਂ ਵਸੂਲ ਵੀ ਲਈਆਂ। ਹੁਣ ਇਹ ਕਿੱਦਾਂ ਇਹ ਕਹਿਣਗੇ ਵੀ ਅਸੀਂ ਡਿਵੀਜ਼ਨ ਬੈਂਚ ਦਾ ਫੈਸਲਾ ਨਹੀਂ ਮੰਨਦੇ? ਇਹ ਤਾਂ ਸਾਰੇ ਪਾਰਟੀ ਨੇ ਉੱਥੇ, ਨਹੀਂ ਮੰਨਣਗੇ ਤਾਂ ਇਹਨਾਂ ਦੇ ਅਗੇਂਸਟ ਕਾਰਵਾਈ ਬਣਦੀ ਹੈ। ਸੈਕੰਡ, ਜਿਹੜੇ ਟੀਚਰਸ, ਕਿਉਂਕਿ ਇਹ ਸਾਡਾ ਗ੍ਰੀਵਿਆਂਸ ਸੀ ਕਿ ਅਸੀਂ ਟੀਚਰਸ ਨਾਲ, ਸਾਡੇ ਬੱਚਿਆਂ ਦੀ ਕੋਈ ਦੁਸ਼ਮਣੀ ਨਹੀਂ ਹੈ, ਟੀਚਰਸ ਨੂੰ ਜਿੰਨਾ ਬਣਦਾ ਉਹਨੇ ਦੋ ਤੁਸੀਂ ਚਾਰਜਸ। ਜੇ ਉਹ ਕੱਟ ਦਿੰਦੇ ਆ, ਟੀਚਰਸ ਵੀ ਆ ਸਕਦੇ ਨੇ ਤੁਹਾਡੇ ਤੱਕ, ਅਦਾਲਤ ਤੱਕ ਪਹੁੰਚ ਹੋ ਸਕਦੀ ਹੈ। ਅੱਜ ਕੋਰਟ ਨੇ ਅੱਜ ਜਿਹੜਾ ਫੈਸਲਾ ਹੈ, ਮੈਂ ਬਹੁਤ ਖੁਸ਼ ਹਾਂ ਦਿਲੋਂ ਚ, ਜਿੰਨਾ ਇੱਥੋਂ ਤੱਕ ਇੱਕ ਜਿਹੜਾ ਟੀਚਰ ਦਿਨ ਰਾਤ ਮਿਹਨਤ ਕਰਦਾ ਹੈ, ਜਿਹੜਾ ਮਤਲਬ ਆਨਲਾਈਨ ਬੈਠਦਾ ਹੈ, ਬਹੁਤ ਮੁਸ਼ਕਲ ਲਾਈਫ ਹੈ, ਇਹ ਜ਼ਿਆਦਤੀ ਕਰਦੇ ਸੀ ਸਕੂਲ ਵਾਲੇ ਟੀਚਰਸ ਦੇ ਨਾਲ। ਹੁਣ ਕੋਰਟ ਨੇ ਇੱਥੋਂ ਤੱਕ ਕਹਿਤਾ ਕਿ ਤੁਸੀਂ ਐਡਵੋਕੇਟਸ ਰਿਪਰੈਜ਼ੈਂਟਿੰਗ ਦੀ ਐਂਟਾਇਰ ਅਨਏਡਡ ਸਕੂਲਸ, ਕਿ ਤੁਸੀਂ ਸਟੇਟ ਕਰੋ ਐਟ ਬਾਰ ਕਿਸੇ ਵੀ ਟੀਚਰ ਨੂੰ ਜਿਹੜੀ ਪੇ ਤੁਸੀਂ ਲੋਕਡਾਊਨ ਤੋਂ ਪਹਿਲਾਂ ਦਿੰਦੇ ਸੀ ਉਹ ਤੋਂ ਘੱਟ ਵੀ ਨਹੀਂ ਦੇਣੀ। ਕੱਢਣਾ ਤਾਂ ਬਹੁਤ ਦੂਰ ਦੀ ਗੱਲ ਹੈ। ਹੁਣ ਉਹਨਾਂ ਕੋਲ ਤਾਂ ਬਹੁਤ ਅੱਛਾ ਰਾਈਟ ਹੈ, ਜੇ ਉਹਨਾਂ ਨੂੰ ਕਿਸੇ ਨੇ ਕੱਢਿਆ ਹੈ ਜਾਂ ਉਹਨਾਂ ਦੀ ਕਿਸੇ ਨੇ ਸੈਲਰੀ ਘੱਟ ਕੀਤੀ ਹੈ, ਤਾਂ ਕਈ ਸਕੂਲ ਟੀਚਰਸ ਨੂੰ ਹਟਾਇਆ ਗਿਆ। ਮੇਰੇ ਕੋਲ ਕਈਆਂ ਦੇ ਐਫੀਡੇਵਿਟ ਪਏ ਹੋਏ ਨੇ। ਮੈਂ ਇਹ ਇਸੇ ਕਰਕੇ ਪੁਆਇੰਟ ਆਊਟ ਕੀਤਾ ਸੀ, ਮੈਂ ਕੋਰਟ 'ਚ ਪੁਆਇੰਟ ਆਊਟ ਇਸੇ ਕਰਕੇ ਕੀਤਾ ਸੀ ਕਿ ਅਸੀਂ ਬੱਚਿਆਂ ਲਈ ਤਾਂ ਮੰਗੇ ਰਹੇ ਹਾਂ, ਪਰ ਜਿਹੜੇ ਟੀਚਰਸ ਨਾਲ ਸਕੂਲ ਵਾਲੇ ਜ਼ਿਆਦਤੀ ਕਰਦੇ ਨੇ, ਬੱਚਿਆਂ ਦੇ ਪੇਰੈਂਟਸ ਤੋਂ ਟੀਚਰਸ ਦੇ ਨਾਂ ਤੇ ਪੈਸੇ ਲੈ ਕੇ ਉਹਨਾਂ ਨੂੰ ਪੂਰੀ ਸੈਲਰੀ ਨਹੀਂ ਦਿੰਦੇ, ਉਹਨਾਂ ਲਈ ਵੀ ਜ਼ਿਆਦਤੀ ਹੈ। ਠੀਕ ਹੈ, ਇਸ ਮਾਮਲੇ ਦੇ ਦੌਰਾਨ ਜਦੋਂ ਤੋਂ ਹੀਅਰਿੰਗ ਸ਼ੁਰੂ ਹੋਈ ਹੈ, ਦਬਾਅ ਵੀ ਰਿਹਾ ਬਹੁਤ। ਹਾਂਜੀ, ਚਲੋ ਦਬਾਅ ਤੇ ਹੁੰਦਾ ਹੀ ਹੈ, ਪਰ ਪ੍ਰਮਾਤਮਾ ਦੀ ਬਖਸ਼ਿਸ਼ ਰਹੀ ਹੈ ਹੁਣ ਤੱਕ। ਇੱਕ ਨਹੀਂ, ਅਨੇਕਾਂ ਵੱਡੇ ਵੱਡੇ ਮੈਟਰ ਵਿਦ ਦੀ ਗ੍ਰੇਸ ਆਫ ਕੋਰਟ ਗੋਡ ਕੀਤੇ ਨੇ ਆਪਾਂ ਨੇ, ਬਟ ਕਦੀ ਪ੍ਰਮਾਤਮਾ ਨੇ ਪਿੱਠ ਨਹੀਂ ਲੱਗਣ ਦਿੱਤੀ, ਔਰ ਨਾ ਕਦੀ ਕਿਸੇ ਦੀਆਂ ਨਜ਼ਰਾਂ 'ਚ ਡਿੱਗਣ ਦੀ। ਤੁਹਾਡੇ ਵਿਰੋਧੀ ਜਾਂ ਤੁਹਾਡੇ ਸਕੂਲਾਂ ਵਾਲੇ ਪਤਾ ਕੀ ਕਹਿੰਦੇ ਨੇ? ਕਹਿੰਦੇ ਪਬਲਿਸਿਟੀ ਲਈ ਕਰਦੇ ਹੋ ਤੁਸੀਂ। ਨਹੀਂ, ਦੇਖੋ ਇਹ ਉਹਨਾਂ ਦੀ ਪ੍ਰਜ਼ੰਪਸ਼ਨ ਹੈ। ਉਹ ਉਹਨਾਂ ਨੂੰ ਪ੍ਰੋਬਲਮ ਇਹ ਆ ਗਈ ਕਿ ਵੀ ਐਦਾਂ ਕੋਈ ਨਿੱਤਰ ਕੇ ਸਾਡੇ ਅਗੇਂਸਟ ਓਪਨਲੀ ਨਾ ਖੜਿਆ, ਨਾ ਜੇ ਕੋਈ ਖੜਿਆ ਤਾਂ ਬਿਠਾ ਲਿਆ ਗਿਆ, ਪਰ ਆਪਾਂ ਉਹਨਾਂ ਦੇ ਉਹ ਤੋਂ ਬਾਹਰ ਹੋ ਗਏ। ਇਸ ਕਰਕੇ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ, ਆਪਣਾ ਕੰਮ ਹੈ ਟਾਰਗੇਟ ਸਟਰੇਟ ਕਰਕੇ। ਮੈਂ ਪਹਿਲੇ ਦਿਨ ਵੀ ਇਹ ਗੱਲ ਕਹੀ ਸੀ, ਮੈਂ ਲੱਗਾ ਆਪਣੇ ਦਿਲ ਤੇ ਦਿਮਾਗ ਨਾਲ। ਮੈਨੂੰ ਦਿਮਾਗ ਔਰ ਦਿਲ ਤੇ ਪੂਰਾ ਭਰੋਸਾ, ਸਾਡੀ ਜਿੱਤ ਫਾਈਨਲੀ ਹੋਏਗੀ। ਇਹ ਤਾਂ ਫਸਟ ਪੌੜੀ ਚੜ੍ਹੇ ਹਾਂ ਅਸੀਂ। ਮੈਂ ਪੇਰੈਂਟਸ ਨੂੰ ਇਹ ਕਹਿਣਾ, ਯਕੀਨੀ ਦਿਵਾਉਣਾ, ਜਿੱਥੋਂ ਤੱਕ ਮੈਂ ਪ੍ਰੈਪਰੇਸ਼ਨ ਕੀਤੀ ਹੋਈ ਹੈ ਇਸ ਕੇਸ ਦੇ ਵਿੱਚ, ਮੈਨੂੰ ਪੂਰੀ ਉਮੀਦ ਹੈ ਕਿ ਫਾਈਨਲੀ ਦੀ ਡਿਸੀਜਨ ਇਜ਼ ਸਾਡੇ ਫੇਵਰ 'ਚ, ਕਿਉਂਕਿ ਜੈਨੂਅਨ ਹੈ। ਮੇਰੇ ਤੇ ਕੰਸਰਨ ਜੈਨੂਅਨ ਨੇ। ਲੋਕਡਾਊਨ ਦੇ ਵਿੱਚ ਜੇ ਸਭ ਬਿਜ਼ਨਸ ਠੱਪ ਹੋਏ ਨੇ, ਪੇਰੈਂਟਸ ਕਿਹੜਾ ਕੋਈ ਸਪੈਸ਼ਲ ਨੇ ਜਿਨ੍ਹਾਂ ਕੋਲੇ ਜਾਦੂ ਦੀ ਛੜੀ ਹੈ, ਉਹਨਾਂ ਕੋਲ ਪੈਸੇ ਆਉਂਦੇ ਨੇ, ਬਾਕੀ ਹੋਰਾਂ ਕੋਲ ਨਹੀਂ ਆਉਂਦੇ। ਕਿੰਨੇ ਲੋਕਾਂ ਦੀਆਂ ਜੌਬਸ ਚਲੇ ਗਈਆਂ, ਪੇਰੈਂਟਸ ਕੋਲ ਪੈਸੇ ਕਿੱਥੋਂ ਆਉਂਦੇ ਨੇ? ਪੇਰੈਂਟਸ ਤਾਂ ਪਹਿਲਾਂ ਹੀ ਪਰੇਸ਼ਾਨ ਨੇ। ਤੇ ਦੂਜੇ ਪਾਸੇ ਬਹੁਤ ਸਾਰੇ ਵਕੀਲ ਸੀਗੇ ਤੁਹਾਡੇ ਅਗੇਂਸਟ, ਸੀਨੀਅਰ ਐਡਵੋਕੇਟ ਨੇ ਸਾਰੇ, ਆਲ ਆਰ ਦੀ ਸੀਨੀਅਰ ਐਡਵੋਕੇਟ। ਟੀਮ ਹੈ ਵੱਡੀ। ਇਹਨਾਂ ਕੋਲ ਦੇਖੋ, ਇਹਨਾਂ ਕੋਲ ਸੋਰਸਸ ਵੀ ਜ਼ਿਆਦਾ ਨੇ, ਇਹਨਾਂ ਕੋਲ ਇਨਕਮ ਵੀ ਜ਼ਿਆਦਾ ਹੈ। ਹੁਣ ਪੇਰੈਂਟਸ ਕੋਲ ਕਿਹੜੀ ਇਨਕਮ ਹੈ? ਪੇਰੈਂਟਸ ਤੋਂ ਤਾਂ ਫੀਸਾਂ ਹੀ ਨਹੀਂ ਪੂਰੀਆਂ ਹੁੰਦੀਆਂ। ਆਪਾਂ ਵੀ ਪੇਰੈਂਟਸ ਹਾਂ, ਆਪਾਂ ਤੇ ਕਈ ਵਾਰ ਮੈਂ ਇਹੀ ਪੇਰੈਂਟਸ ਨਾਲ ਗੱਲ ਕਰਦਾ ਹੁੰਦਾ, ਅਸੀਂ ਆਪਣੇ ਹੱਕਾਂ ਨੂੰ ਭੁੱਲ ਗਏ। ਕਈ ਵਾਰ ਅਸੀਂ ਆਪਣੀ ਰੈਪੂਟੇਸ਼ਨ ਦੇਖੀ ਜਾਂਦੇ ਹਾਂ। ਹੁਣ ਸਪੋਜ਼ ਅੱਜ ਮੇਰਾ ਬੱਚਾ ਵੀ ਪੜ੍ਹ ਰਿਹਾ, ਮੈਂ ਨਾ ਖੜਾ ਹੁੰਦਾ, ਮੈਂ ਕਹਿੰਦਾ ਵੀ ਮਤਲਬ ਨਹੀਂ ਯਾਰ, ਮੈਂ ਪੇ ਕਰ ਦੂੰਗਾ, ਮੈਂ ਲੋਕਾਂ। ਸਾਨੂੰ ਆਪਣੇ ਰਾਈਟਸ ਲਈ ਲੜਨਾ ਪਊਗਾ। ਇਹ ਮੇਰੀ ਇਕੱਲੇ ਦੀ ਲੜਾਈ ਨਹੀਂ, ਇਟ ਇਜ਼ ਦੀ ਫਾਈਟ ਆਫ ਦੀ ਸੋਸਾਇਟੀ ਐਂਡ ਫਾਰ ਦੀ ਫੰਡਾਮੈਂਟਲ ਰਾਈਟਸ। ਬਹੁਤ ਧੰਨਵਾਦ ਚਰਨਪਾਲ ਸਿੰਘ ਬਾਗੜੀ ਸਾਹਿਬ, ਐਡਵੋਕੇਟ ਸਾਹਿਬ ਨੇ ਗੱਲਬਾਤ ਕੀਤੀ ਹੈ। ਸੋ ਬਹੁਤ ਵੱਡੀ ਰਾਹਤ ਦੀ ਖਬਰ ਹੈ ਕਿ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਦੇ ਹੱਕ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਇੱਕ ਵੱਡਾ ਫੈਸਲਾ ਆਇਆ। ਸੋ ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਕੈਮਰਾਮੈਨ ਪ੍ਰਵਿੰਦਰ ਦੇ ਨਾਲ ਰਣਬੀਰ ਸਿੰਘ ਰਾਣਾ।